ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਜੀਵਨ ਦੀ ਮੁੱਢਲੀ ਇਕਾਈ ਯਾਨੀ ਕਿ ਫੰਡਾਮੈਂਟਲ ਯੂਨਿਟ ਆਫ ਲਾਈਫ। ਬੱਚੇ ਸਾਡੇ ਅਧਿਆਪਕਾਂ ਨੇ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਤਲਬ ਪੜ੍ਹਾ ਰਹੇ ਆ। ਆਪਾਂ ਇਸ ਚੈਪਟਰ ਦੇ ਵਿੱਚ ਥੋੜਾ ਜਿਹਾ ਓਵਰਵਿਊ ਕਰਨ ਜਾ ਰਹੇ ਹਾਂ ਕਿ ਜਿਹੜੀ ਜ਼ਿੰਦਗੀ ਆ, ਜ਼ਿੰਦਗੀ ਦੀ ਜਿਹੜੀ ਮੁੱਢਲੀ ਇਕਾਈ ਹੈ ਉਹ ਕਿਸ ਤਰੀਕੇ ਨਾਲ ਮਤਲਬ ਸ਼ੁਰੂ ਹੋਈ। ਇਸ ਦੀ ਖੋਜ ਸਭ ਤੋਂ ਪਹਿਲਾਂ ਜਿਹੜਾ ਸੀਗਾ ਰੋਬਰਟ ਹੁੱਕ ਨਾਮ ਦਾ ਵਿਗਿਆਨੀ ਜਿਸ ਨੇ 1665 ਈਸਵੀ ਦੇ ਵਿੱਚ ਸ਼ੁਰੂ ਕੀਤੀ ਤੇ ਉਸਨੇ ਕਾਰਕ ਦੇ ਪਤਲੇ ਕਾਟ ਸੈਕਸ਼ਨ ਯਾਨੀ ਕਿ ਕੱਟੇ ਔਰ ਉਹਨਾਂ ਸੈਕਸ਼ਨਾਂ ਦੇ ਵਿੱਚ ਉਹਨੇ ਦੇਖਿਆ ਕਿ ਮਧੂ ਮੱਖੀਆਂ ਦੀਆਂ ਰਚਨਾਵਾਂ ਵਰਗੀਆਂ ਸਰਚਨਾਵਾਂ ਉਸਨੇ ਦੇਖੀਆਂ ਸੀਗੀਆਂ। ਇਹ ਜਿਹੜੀਆਂ ਸਰਚਨਾਵਾਂ ਸੀਗੀਆਂ ਉਹ ਅਸਲ ਵਿੱਚ ਕੀ ਸੀਗਾ, ਇੱਕ ਖਾਲੀ ਛੋਟੇ ਛੋਟੇ ਬਾਕਸ ਸੀਗੇ। ਉਸਨੇ ਇਹਨਾਂ ਛੋਟੇ ਛੋਟੇ ਬਾਕਸਸ ਨੂੰ ਕਹਿ ਦਿੱਤਾ ਕਿ ਇਹ ਸੈੱਲ ਹੈ। ਇਸ ਤੋਂ ਬਾਅਦ 1674 ਈਸਵੀ ਦੇ ਵਿੱਚ ਪਹਿਲਾ ਵਿਗਿਆਨੀ ਆਇਆ ਲਿਊਵਨ ਹੁੱਕ। ਲਿਊਵਨ ਹੁੱਕ ਜਿਹੜਾ ਸੀਗਾ ਉਸ ਵਿਗਿਆਨੀ ਨੇ ਇਹ ਦੇਖਿਆ ਕਿ ਜਿਹੜੇ ਛੱਪੜ ਦੇ ਪਾਣੀ ਹੈ, ਛੱਪੜ ਦੇ ਪਾਣੀ ਦੇ ਵਿੱਚ ਉਸਨੇ ਬਹੁਤ ਸਾਰੇ ਜੀਵ ਜੰਤੂ ਜਿਹੜੇ ਸੀਗੇ ਉਹ ਦੇਖੇ ਸੀਗੇ ਔਰ ਉਹ ਪਹਿਲਾ ਵਿਗਿਆਨੀ ਸੀਗਾ ਜਿਸ ਨੇ ਜੀਵਤ ਜੀਵ ਜੰਤੂਆਂ ਨੂੰ ਦੇਖਿਆ। ਉਸ ਤੋਂ ਬਾਅਦ 1831 ਈਸਵੀ ਦੇ ਵਿੱਚ ਆਪਣੇ ਕੋਲ ਇੱਕ ਨਵਾਂ ਵਿਗਿਆਨੀ ਆਇਆ ਜਿਸ ਦਾ ਨਾਮ ਸੀਗਾ ਆਪਣੇ ਕੋਲ ਰੋਬਰਟ ਬਰਾਊਨ। ਔਰ ਰੋਬਰਟ ਬਰਾਊਨ ਨੇ ਸਭ ਤੋਂ ਪਹਿਲਾਂ ਨਿਊਕਲੀਅਸ ਦੀ ਖੋਜ ਕੀਤੀ। ਰੋਬਰਟ ਬਰਾਊਨ ਵਿਗਿਆਨੀ ਨੇ 1831 ਦੇ ਵਿੱਚ ਨਿਊਕਲੀਅਸ ਦੀ ਖੋਜ ਕੀਤੀ ਔਰ ਇਸ ਤਰੀਕੇ ਨਾਲ ਜਿਹੜੇ ਸੈੱਲ ਸੀਗੇ ਉਹ ਦੋ ਤਰੀਕੇ ਦੇ ਹੋ ਗਏ। ਇੱਕ ਉਹ ਸੈੱਲ ਜਿਨ੍ਹਾਂ ਦੇ ਵਿੱਚ ਨਿਊਕਲੀਅਸ ਮੌਜੂਦ ਹੁੰਦਾ ਹੈ ਤੇ ਇੱਕ ਉਹ ਸੈੱਲ ਜਿਨ੍ਹਾਂ ਦੇ ਵਿੱਚ ਨਿਊਕਲੀਅਸ ਮੌਜੂਦ ਨਹੀਂ ਹੁੰਦਾ। ਜਿਨ੍ਹਾਂ ਸੈੱਲਾਂ ਦੇ ਵਿੱਚ ਨਿਊਕਲੀਅਸ ਮੌਜੂਦ ਹੁੰਦਾ ਹੈ ਉਹਨਾਂ ਸੈੱਲਾਂ ਨੂੰ ਆਪਾਂ ਕਹਿੰਦੇ ਆ ਯੂਕੈਰੀਓਟਿਕ ਸੈੱਲ। ਯੂਕੈਰੀਓਟਿਕ ਸੈੱਲ ਤੇ ਜਿਨ੍ਹਾਂ ਦੇ ਵਿੱਚ ਨਿਊਕਲੀਅਸ ਮੌਜੂਦ ਨਹੀਂ ਹੁੰਦਾ ਉਹਨਾਂ ਨੂੰ ਆਪਾਂ ਬੋਲਦੇ ਆ ਪ੍ਰੋਕੈਰੀਓਟਿਕ ਸੈੱਲ। ਪ੍ਰੋਕੈਰੀਓਟਿਕ ਸੈੱਲ ਪ੍ਰੋਕੈਰੀਓਟਿਕ ਸੈੱਲ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਆ ਜਾਂਦੇ ਆ ਪੁੱਤਰ ਜੀ ਆਪਣੇ ਕੋਲ ਬੈਕਟੀਰੀਆ, ਨੀਲੀ ਹਰੀ ਕਾਈ, ਨੀਲੀ ਹਰੀ ਕਾਈ, ਇਹ ਆਪਣੇ ਕੋਲ ਪ੍ਰੋਕੈਰੀਓਟਿਕ ਸੈੱਲ ਹੁੰਦੇ ਹਨ। ਇਹਨਾਂ ਸੈੱਲਾਂ ਦੇ ਵਿੱਚ ਆਮ ਤੌਰ ਤੇ ਆਪਣੇ ਕੋਲ ਕੀ ਹੁੰਦਾ ਹੈ, ਜਿਹੜਾ ਸੈੱਲ ਵਾਲ ਹੁੰਦੀ ਹੈ, ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਜੈਨੇਟਿਕ ਮਟੀਰੀਅਲ ਹੁੰਦਾ ਹੈ, ਅਣਵੰਸ਼ਿਕੀ ਪਦਾਰਥ ਹੁੰਦਾ ਹੈ, ਉਹ ਆਮ ਤੌਰ ਤੇ ਸਾਈਟੋਪਲਾਜ਼ਮ ਦੇ ਵਿੱਚ ਹੀ ਮੌਜੂਦ ਹੁੰਦਾ ਹੈ। ਤੋ ਇਸ ਕਰਕੇ ਇਹ ਜਿਹੜੇ ਸੈੱਲ ਹੈਗੇ ਆ ਇਹਨਾਂ ਨੂੰ ਆਪਾਂ ਬਹੁਤ ਹੀ ਪੁਰਾਤਨ ਸੈੱਲ ਮੰਨਦੇ ਆ। ਮਤਲਬ ਜ਼ਿੰਦਗੀ ਦੀ ਜਿਹੜੀ ਆਰੰਭਿਕ ਹੋਈ ਹੋਏਗੀ ਉਹ ਇਹਨਾਂ ਸੈੱਲਾਂ ਤੋਂ ਹੋਈ ਹੋਏਗੀ। ਉਸ ਤੋਂ ਬਾਅਦ ਜਦੋਂ ਯੂਕੈਰੀਓਟਿਕ ਸੈੱਲ ਬਣੇ ਤਾਂ ਯੂਕੈਰੀਓਟਿਕ ਸੈੱਲ ਜਿਹੜੇ ਹੈਗੇ ਆ ਜਿੰਨੇ ਵੀ ਆਪਣੇ ਮਨੁੱਖ ਹੈਗੇ ਆ ਜਾਂ ਜਿੰਨੇ ਵੀ ਸਾਡੇ ਕੋਲ ਜੀਵ ਜੰਤੂ ਹੈਗੇ ਆ ਉਹਨਾਂ ਦੇ ਵਿੱਚ ਪੇੜ ਪੌਦੇ ਆਪਣੇ ਕੋਲ ਆ ਜਾਂਦੇ ਆ, ਉਹਨਾਂ ਦੇ ਵਿੱਚ ਆਪਣੇ ਕੋਲ ਇਹ ਜਿਹੜੇ ਸੈੱਲ ਆ ਉਹ ਪਾਏ ਜਾਂਦੇ ਆ। ਤੇ ਆਪਣੇ ਕੋਲ ਆ ਜਾਂਦਾ ਹੈ ਕਿ ਜਿਹੜਾ ਆਪਾਂ ਇਸ ਟਾਈਮ ਜੋ ਡਿਸਕਸ ਕਰਾਂਗੇ ਪੁੱਤਰ ਜੀ ਆਪਾਂ ਕਰਾਂਗੇ ਯੂਕੈਰੀਓਟਿਕ ਸੈੱਲ ਦੇ ਬਾਰੇ। ਯੂਕੈਰੀਓਟਿਕ ਸੈੱਲ ਜਿਹੜਾ ਹੈਗਾ ਆ ਉਸ ਦੇ ਤਿੰਨ ਮੇਨ ਕੰਪੋਨੈਂਟ ਹੁੰਦੇ ਆ। ਸਭ ਤੋਂ ਪਹਿਲਾਂ ਬਾਹਰ ਜਿਹੜਾ ਕੰਪੋਨੈਂਟ ਹੁੰਦਾ ਹੈ ਉਸ ਨੂੰ ਆਪਾਂ ਬੋਲਦੇ ਆ ਸੈੱਲ ਮੈਂਬਰੇਨ। ਸੈੱਲ ਮੈਂਬਰੇਨ ਜਾਂ ਜਿਸ ਨੂੰ ਅਸੀਂ ਕਹਿ ਦਿੰਦੇ ਆ ਪਲਾਜ਼ਮਾ ਝਿੱਲੀ। ਪਲਾਜ਼ਮਾ ਝਿੱਲੀ ਇਹ ਉਹ ਝਿੱਲੀ ਹੈ ਜਿਹੜੀ
ਸੈੱਲ ਦੇ ਸਾਰੇ ਕੰਟੈਂਟ ਜੋ ਵੀ ਉਹਦੇ ਵਿੱਚ ਮੌਜੂਦ ਹੁੰਦਾ ਹੈ ਉਸ ਨੂੰ ਆਪਣੇ ਵਿੱਚ ਜਕੜ ਕੇ ਰੱਖਦੀ ਹੈ, ਉਸ ਨੂੰ ਆਪਣੀ ਜਗ੍ਹਾ ਦੇ ਉੱਤੇ ਰੱਖਦੀ ਹੈ। ਔਰ ਇਹ ਇੱਕ ਅਜਿਹੀ ਝਿੱਲੀ ਹੁੰਦੀ ਹੈ ਜੋ ਮਸਾਮਦਾਰ ਹੁੰਦੀ ਹੈ, ਪਰਸਪਰੀ ਹੁੰਦੀ ਹੈ, ਭਾਵ ਇਸ ਦੇ ਵਿੱਚੋਂ ਸਿਲੈਕਟਡ ਜਿਹੜੇ ਪਦਾਰਥ ਆ ਉਹ ਬਾਹਰ ਆ ਜਾ ਸਕਦੇ ਹਨ, ਪਰ ਸੈੱਲ ਦੇ ਜਿਹੜੇ ਨਿਕਲੇ ਅੰਗ ਆ, ਕੋਈ ਹੋਰ ਪ੍ਰੋਟੀਨ ਜਿਹੜੇ ਹੈਗੇ ਆ ਉਹ ਆਪਣੀ ਮਰਜ਼ੀ ਨਾਲ ਇਸ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ। ਇਸ ਕਰਕੇ ਇਸ ਝਿੱਲੀ ਨੂੰ ਅਸੀਂ ਪਰਸਪਰੀ ਝਿੱਲੀ ਵੀ ਬੋਲ ਦਿੰਨੇ ਹਾਂ ਕਿ ਇਸ ਦੇ ਵਿੱਚੋਂ ਸਿਰਫ ਜਿਹੜੇ ਦ੍ਰਵ ਪਦਾਰਥ ਆ ਉਹੀ ਬਾਹਰ ਨਿਕਲ ਕੇ ਆ ਸਕਦੇ ਹਨ। ਅਗਰ ਇਸ ਝਿੱਲੀ ਨੂੰ ਜਾਂ ਸੈੱਲ ਨੂੰ ਅਸੀਂ ਕਿਸੇ ਘੋਲ ਦੇ ਵਿੱਚ ਰੱਖਦੇ ਹਾਂ ਤਾਂ ਜੇਕਰ ਉਸ ਘੋਲ ਦੀ ਸੰਘਣਤਾ, ਜਿਵੇਂ ਕਿ ਆਪਣੇ ਕੋਲ ਇੱਕ ਸੈੱਲ ਆ, ਇਸ ਨੂੰ ਅਸੀਂ ਇੱਕ ਘੋਲ ਦੇ ਵਿੱਚ ਰੱਖਿਆ, ਜੇਕਰ ਅਸੀਂ ਸੈੱਲ ਨੂੰ ਅਜਿਹੇ ਘੋਲ ਦੇ ਵਿੱਚ ਰੱਖੀਏ ਜਿਹਦੀ ਸੰਘਣਤਾ ਸੈੱਲ ਨਾਲੋਂ ਘੱਟ ਹੋਵੇ ਤਾਂ ਸੈੱਲ ਦੇ ਵਿੱਚ ਉਸ ਘੋਲ ਦੇ ਵਿੱਚੋਂ ਜਿਹੜੇ ਤਰਲ ਪਦਾਰਥ ਆ ਉਸ ਦੇ ਵਿੱਚ ਚਲੇ ਜਾਂਦੇ ਹਨ। ਤਾਂ ਇਸ ਤਰੀਕੇ ਨਾਲ ਜਿਹੜਾ ਸੈੱਲ ਆ ਉਹ ਆਪਣੇ ਆਕਾਰ ਦੇ ਵਿੱਚ ਵੱਡਾ ਹੋ ਜਾਂਦਾ ਹੈ ਤੇ ਉਹ ਫੁੱਲ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਅਸੀਂ ਕਹਿੰਦੇ ਹਾਂ ਐਂਡ ਆਸਮੋਸਿਸ। ਇਸ ਪ੍ਰਕਿਰਿਆ ਨੂੰ ਅਸੀਂ ਐਂਡ ਆਸਮੋਸਿਸ ਕਹਿੰਦੇ ਹਾਂ। ਜੇਕਰ ਅਸੀਂ ਸੈੱਲ ਨੂੰ ਅਜਿਹੇ ਘੋਲ ਦੇ ਵਿੱਚ ਰੱਖੀਏ ਜਿਸ ਘੋਲ ਦੀ ਸੰਘਣਤਾ ਆਪਣੇ ਸੈੱਲ ਦੇ ਨਾਲੋਂ ਜ਼ਿਆਦਾ ਹੋਵੇ ਤਾਂ ਸੈੱਲ ਦੇ ਅੰਦਰਲਾ ਜਿਹੜਾ ਲਿਕੁਇਡ ਹੈ, ਪਾਣੀ ਹੈ, ਉਹ ਬਾਹਰ ਆ ਜਾਂਦਾ ਹੈ। ਇਸ ਨੂੰ ਅਸੀਂ ਬੋਲਦੇ ਹਾਂ ਐਕਸ ਆਸਮੋਸਿਸ। ਬੱਚੇ, ਤੁਹਾਡੇ ਅਧਿਆਪਕਾਂ ਨੇ ਤੁਹਾਨੂੰ ਕਿਰਿਆ ਕਰਵਾਈ ਹੋਏਗੀ। ਇੱਕ ਆਂਡਾ ਜੋ ਹੈ ਜਦੋਂ ਉਸ ਨੂੰ ਮਤਲਬ ਉਹਦਾ ਸ਼ੈੱਲ ਉਤਾਰ ਦਿੱਤਾ ਜਾਂਦਾ ਹੈ, ਜੇਕਰ ਉਸ ਆਂਡੇ ਨੂੰ ਅਸੀਂ ਇੱਕ ਸਧਾਰਨ ਸਾਦੇ ਪਾਣੀ ਦੇ ਵਿੱਚ ਰੱਖੀਏ ਤਾਂ ਆਪਾਂ ਕੁਝ ਸਮੇਂ ਬਾਅਦ ਨੋਟ ਕਰਦੇ ਹਾਂ ਕਿ ਉਸ ਆਂਡੇ ਦਾ ਜਿਹੜਾ ਸਾਈਜ਼ ਆ ਉਹ ਬੜਾ ਹੋ ਜਾਂਦਾ ਹੈ। ਇਹ ਅਜਿਹਾ ਕਿਉਂ ਹੋਇਆ? ਕਿਉਂਕਿ ਜਿਹੜਾ ਆਂਡਾ ਸੀਗਾ ਉਸ ਦਾ ਜਿਹੜਾ ਮਤਲਬ ਅੰਦਰ ਮਾਧਿਅਮ ਸੀਗਾ ਉਹ ਜ਼ਿਆਦਾ ਸੰਘਣਾ ਸੀਗਾ, ਜਿਸ ਕਰਕੇ ਬਾਹਰੋਂ ਜਿਹੜਾ ਪਾਣੀ ਸੀਗਾ ਉਸ ਸੈੱਲ ਦੇ ਅੰਦਰ ਯਾਨੀ ਕਿ ਆਂਡੇ ਦੇ ਅੰਦਰ ਚਲੇ ਗਿਆ ਤੇ ਆਂਡਾ ਫੁੱਲ ਗਿਆ। ਜੇਕਰ ਤੁਸੀਂ ਇਹ ਵੀ ਕਿਰਿਆ ਕੀਤੀ ਸੀ ਕਿ ਜੇਕਰ ਅਸੀਂ ਇੱਕ ਸੰਤ੍ਰਿਪਤ ਨਮਕ ਦੇ ਘੋਲ ਦੇ ਵਿੱਚ ਆਂਡੇ ਨੂੰ ਰੱਖ ਦਈਏ ਤਾਂ ਜਿਹੜਾ ਆਂਡਾ ਹੈ ਉਸ ਦਾ ਜਦੋਂ ਪਾਣੀ ਬਾਹਰ ਆ ਜਾਂਦਾ ਹੈ ਤਾਂ ਆਂਡਾ ਜਿਹੜਾ ਹੈਗਾ ਆ ਉਹ ਕੀ ਹੋ ਜਾਂਦਾ ਆ, ਆਪਣੇ ਕੋਲ ਸੁੰਗੜ ਜਾਂਦਾ ਹੈ। ਤੋ ਜਿਹੜੀ ਪਲਾਜ਼ਮਾ ਝਿੱਲੀ ਹੈ ਬੱਚਾ, ਇਸ ਦਾ ਕੀ ਕਾਰਨ ਹੈ ਕਿ ਇਹ ਜਿਹੜਾ ਹੈਗਾ ਆ ਆਪਣੇ ਵਿੱਚੋਂ ਪਾਣੀ ਨੂੰ ਆਰ-ਪਾਰ ਕਰ ਸਕਦੀ ਹੈ ਤੇ ਹੋਰ ਜਿਹੜੇ ਪਦਾਰਥ ਹੈਗੇ ਆ ਉਸ ਨੂੰ ਆਰ-ਪਾਰ ਨਹੀਂ ਕਰ ਸਕਦੀ। ਆਪਾਂ ਗੱਲ ਕਰਨ ਲੱਗੇ ਆ ਸੈੱਲ ਦਾ ਦੂਸਰਾ ਅੰਗ, ਜਿਹੜਾ ਕਿ ਸੈੱਲ ਦੇ ਯੂਕੈਰੀਓਟਿਕ ਸੈੱਲ ਦੇ ਸਭ ਤੋਂ ਆਮ ਤੌਰ ਤੇ ਸੈਂਟਰ ਦੇ ਵਿੱਚ ਮੌਜੂਦ ਹੁੰਦਾ ਹੈ, ਉਸ ਨੂੰ ਆਪਾਂ ਨਿਊਕਲੀਅਸ ਕਹਿੰਦੇ ਹਾਂ। ਤੇ ਨਿਊਕਲੀਅਸ ਦੇ ਆਧਾਰ ਦੇ ਉੱਤੇ ਸੁਪੁੱਤਰ ਜੀ ਆਪਣੇ ਕੋਲ ਸਭ ਤੋਂ ਪਹਿਲਾਂ ਆਪਾਂ ਸੈੱਲ ਦੀ ਗੱਲ ਕਰਦੇ ਪਏ ਸੀਗੇ। ਸੋ ਸਾਡੇ ਕੋਲ ਇਹ ਪਲਾਜ਼ਮਾ ਝਿੱਲੀ ਹੈ। ਪਲਾਜ਼ਮਾ ਝਿੱਲੀ ਦੇ ਸਭ ਤੋਂ ਸੈਂਟਰ ਦੇ ਵਿੱਚ ਇੱਕ ਦੋਹਰੀ ਮੈਂਬਰੇਨ ਦੇ ਨਾਲ ਬੱਝਿਆ ਹੋਇਆ ਨਿੱਕੜਾ ਅੰਗ ਹੈ। ਇਸ ਦੇ ਵਿੱਚ ਛੋਟੀਆਂ-ਛੋਟੀਆਂ ਪੋਰਸ ਹੁੰਦੀਆਂ ਹਨ ਔਰ ਇਸ ਨੂੰ ਅਸੀਂ ਨਿਊਕਲੀਅਸ ਕਹਿੰਦੇ ਹਾਂ। ਔਰ ਇਸ ਦੇ ਵਿੱਚ ਬਹੁਤ ਸਾਰੇ ਧਾਗਿਆਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ, ਜਿਨ੍ਹਾਂ ਰਚਨਾਵਾਂ ਨੂੰ ਅਸੀਂ ਕ੍ਰੋਮੈਟਿਨ ਕਹਿੰਦੇ ਹਾਂ। ਇਹਨਾਂ ਰਚਨਾਵਾਂ ਨੂੰ ਆਪਾਂ ਕ੍ਰੋਮੈਟਿਨ ਪਦਾਰਥ ਕਹਿੰਦੇ ਹਾਂ। ਔਰ ਇਹ ਜਿਹੜੀ ਰਚਨਾ ਹੈ ਇਸ ਦਾ ਨਾਮ ਸੀਗਾ ਆਪਣੇ ਕੋਲ ਕੇਂਦਰਕ। ਔਰ ਇਸ ਹੀ ਨਿਊਕਲੀਅਸ ਦੇ ਵਿੱਚ ਸਾਡੇ ਕੋਲ ਇੱਕ ਹੋਰ ਰਚਨਾ ਮਿਲਦੀ ਹੈ ਜਿਸ ਦਾ ਨਾਮ ਆ ਨਿਊਕਲੀਓਲਸ। ਸੋ ਨਿਊਕਲੀਅਸ ਨਾਮ ਦੀ ਰਚਨਾ ਮਿਲਦੀ ਹੈ। ਨਿਊਕਲੀਓਲਸ ਦਾ ਮੇਨ ਕੰਮ ਕੀ ਹੁੰਦਾ ਹੈ ਕਿ ਉਹ ਆਪਣੇ ਵਿੱਚ ਰਾਈਬੋਸੋਮਸ ਨਾਮ ਦਾ ਇੱਕ ਪਦਾਰਥ ਬਣਾਉਂਦੇ ਹੈ, ਕਣ ਬਣਾਉਂਦੇ ਹਨ, ਜੋ ਨਿਊਕਲੀਅਸ ਦੀਆਂ ਪੋਰਾਂ ਦੇ ਥਰੂ ਬਾਹਰ ਆ ਜਾਂਦੇ ਹਨ। ਤੇ ਆਪਣੇ ਇਹਨਾਂ ਰਾਈਬੋਸੋਮਸ ਦਾ ਮੁੱਖ ਕੰਮ ਹੁੰਦਾ ਹੈ ਪ੍ਰੋਟੀਨਸ ਨੂੰ ਬਣਾਉਣਾ।
जो भी सैल साडा है उसनू जिन्ने भी प्रोटीन चाहिए हैं वो राइबोसोम्स की मदद दे नाल ही बाहर मतलब अपने कोल बनाए जाते हैं। ते न्यूक्लियस के बाहर अगला जिहड़ा अंग है वो छोटिया छोटिया ट्यूबां की रचना दे विच हुंदा है जिन्हां आपां कहने हां एंडोप्लाज्मिक कायामा। छोटिया छोटिया ट्यूबां वर्गियां रचनावां जो सैल दे विच बहुत हर जगह दे उत्ते फैलियां हुंदियां हन। इन्हां छोटिया छोटिया रचनावां दा नाम आ एंडोप्लाज्मिक कायामा। असीं इन्हां नूं कहने आ जां आपां इन्हां नूं बोलदे आ एंडोप्लाज्मिक रेटिकुलम। एंडोप्लाज्मिक रेटिकुलम इन्हां नूं आपां बोलदे आ। ते एंडोप्लाज्मिक रेटिकुलम जिहड़े है वो न्यूक्लियस के द्वारा बनाए गए सारे पदार्थ जो भी होंदे हन उन्होंने सैल के ਵੱਖ-ਵੱਖ भागों के विच पहुंचाते हैं ते सैल की जिहड़ी शेप आ उसनूं बरकरार रखने दे विच मदद करते हैं। जो राइबोसोम्स न्यूक्लियस के द्वारा बनाईयां गईयां सीगियां वो जदों न्यूक्लियर पोर के द्वारा बाहर आंदियां हन तां वो सैल के द्रव दे विच चले जांदियां हन ते कुछ रचनावां जिहड़ियां कुछ राइबोसोम्स जिहड़ियां हैगियां वो एंडोप्लाज्मिक रेटिकुलम के उत्ते आके चिपक जांदियां हन। जिहड़ियां एंडोप्लाज्मिक रेटिकुलम यानी कि एंडोप्लाज्मिक जाल के उपर राइबोसोम्स लग जांदियां हन उन्हां नूं असीं बोलदे आ खुरदरा एंडोप्लाज्मिक रेटिकुलम। खुरदरा एंडोप्लाज्मिक रेटिकुलम इसका की काम है? इसका काम है प्रोटीन की सिंथेसिस करना। जो भी शरीर दे विच प्रोटीन बनाए जाते हैं वो एंडोप्लाज्मिक रेटिकुलम के उत्ते लगियां हुई राइबोसोम्स के द्वारा या साइटोप्लाज्म दे विच घूम रही राइबोसोम्स के द्वारा बनाए जाते हैं। ते जिहड़ियां एंडोप्लाज्मिक रेटिकुलम दे उपर अपने कोल राइबोसोम्स नहीं लगियां हुंदियां उन्हां नूं असीं बोलदे आ स्मूथ एंडोप्लाज्मिक रेटिकुलम। जिन्हां दे उत्ते अपने कोल नहीं राइबोसोम्स लगियां हुंदियां उन्होंने असीं बोलते हैं स्मूथ एंडोप्लाज्मिक रेटिकुलम। ये स्मूथ एंडोप्लाज्मिक रेटिकुलम उन्हां सैलां दे विच आम तौर ते सब तो ज़्यादा पाईयां जांदियां हन जिन्हां सैलां दे विच फैट की स्टोरेज होनी हुंदी है, मतलब लिपिड्स या चर्बी की स्टोरेज होनी हुंदी है, जां साडे जिगर दे सैल जिथे साडे द्वारा खाधियां गईयां दवाइयां जां फसलां दे राहीं आए गए कोई भी कैमीकल जिहड़े आ उन्हां नूं डिटॉक्सीफाई यानी कि उन्हां दा विशैलापन जिहड़ा है उन्हां नूं घट करना हुंदा है। उन्हां दे विच SER जिहड़ियां हैगियां वो सब तो ज़्यादा पाईयां जांदियां हन। इस तो नैक्सट जिहड़ा अंग है वो साडे न्यूक्लियस के बिल्कुल नज़दीक छोटिया छोटिया एंडोप्लाज्मिक रेटिकुलम दे नाल मिलदियां ट्यूबां वर्गियां स्ट्रक्चर्स यानी कि रचनावां हुंदियां हन जिन्हां रचनावां नूं असीं बोलदे हां गोल्जी बॉडीज। गोल्जी बॉडी तो गोल्जी बॉडी जां गोल्जी रचनावां असीं इन्हां नूं बोलदे हां। ते गोल्जी बॉडी जिहड़ियां हैगियां वो एंडोप्लाज्मिक रेटिकुलम तो ले हुए पदार्थां की मॉडिफिकेशन करदियां हन, उसनूं स्टोर करदियां हन ते सैल दे ਵੱਖ-ਵੱਖ भागां दे विच भेजदियां हन। ये अपने विच लाइसोसोम्स बनांदियां हन जिस दे विच बहुत ही ज़्यादा तेज पाचक रस होंदे हन ते ये पाचन क्रिया दे विच भी मदद करदे हन। जां अगर सैल अपने काम बंद कर दिंदा है जां घट कर दिंदा है तां ये वालियां रचनावां सैल दे विच फट जांदियां हन ते सैल जिहड़ा है उसदी मृत्यु हो जाती है जां सैल नूं पचा दिंदियां हन। इस करके लाइसोसोम नाम दे जिहड़े पदार्थ हैगे आ जिहड़ियां रचनावां हैगियां इन्हां नूं असीं आत्मघाती पोटलियां भी कहते हाँ क्योंकि सैल ने ये अपने विच रखियां हुई हैं ते ये सैल की आत्मघाती मतलब आत्म हत्या करन जां उसनूं पचाण दे विच जां उसनूं मारन दे विच मदद करदियां हन। तो अगला जिहड़ा अंग है बच्चा जिहड़ा सैल दे विच साडे कोल मिलदा है वो मिलदा है माइटोकॉन्ड्रिया। सो साडे सैल दे विच एक होर दोहरी मैंबरेन दे द्वारा बनया होया एक अंग है जिसकी बाहर दी मैंबरेन जिहड़ी है वो बहुत ही ज़्यादा सो साडे कोल सैल जो है
ਉਸ ਦੇ ਵਿੱਚ ਦੋਹਰੀ ਮੈਂਬਰੇਨ ਦੇ ਦੁਆਰਾ ਬਣੀਆਂ ਹੋਈਆਂ ਰਚਨਾਵਾਂ ਹਨ ਜਿਸ ਨੂੰ ਅਸੀਂ ਬੋਲਦੇ ਹਾਂ ਮਾਈਟੋਕੌਂਡਰੀਆ। ਇਸ ਦੀ ਜਿਹੜੀ ਬਾਹਰਲੀ ਮੈਂਬਰੇਨ ਹੁੰਦੀ ਹੈ ਉਹ ਬਿਲਕੁਲ ਸਮੂਥ ਹੁੰਦੀ ਹੈ ਤੇ ਅੰਦਰਲੀ ਜਿਹੜੀ ਮੈਂਬਰੇਨ ਹੁੰਦੀ ਹੈ ਉਹ ਥੋੜੀ ਮੁੜੀ ਹੋਈ ਫੋਲਡਡ ਹੋਈ ਹੁੰਦੀ ਹੈ, ਜੋ ਕਿ ਇਸ ਦਾ ਸਰਫੇਸ ਏਰੀਆ ਜਿਹੜਾ ਹੈਗਾ ਆ ਉਸ ਨੂੰ ਵਧਾਉਣ ਦੇ ਵਿੱਚ ਮਦਦ ਕਰਦੀ ਹੈ। ਔਰ ਇਸ ਰਚਨਾ ਦਾ ਨਾਮ ਆ ਆਪਣੇ ਕੋਲ ਪੁੱਤਰ ਜੀ ਮਾਈਟੋਕੌਂਡਰੀਆ। ਮਾਈਟੋਕੌਂਡਰੀਆ ਮਾਈਟੋਕੌਂਡਰੀਆ ਸੈੱਲ ਨੂੰ ਪੂਰੀ એનર્ਜੀ ਜਿਹੜੀ ਹੈ ਉਹ ਇਸ ਦੇ ਦੁਆਰਾ ਬਣਾਈ ਜਾਂਦੀ ਹੈ। ਇਸ ਕਰਕੇ ਇਸ ਨੂੰ ਸੈੱਲ ਦਾ ਪਾਵਰ ਹਾਊਸ ਵੀ ਕਿਹਾ ਜਾਂਦਾ ਹੈ। ਪਾਵਰ ਹਾਊਸ ਵੀ ਇਸ ਨੂੰ ਆਪਾਂ ਸੈੱਲ ਦਾ ਕਹਿੰਦੇ ਹਾਂ ਕਿਉਂਕਿ ਇਸ ਦੇ ਦੁਆਰਾ ਬਣਾਈ ਹੋਈ ਊਰਜਾ ਸੈੱਲ ਜਿਹੜੀ ਹੈਗੀ ਆ ਉਹ ਵਰਤੋਂ ਕਰਦਾ ਹੈ। ਤੇ ਜਿਹੜੀ ਊਰਜਾ ਬਣਾਈ ਜਾਂਦੀ ਹੈ ਇਸ ਦੇ ਦੁਆਰਾ ਉਹ ATP ਦੀ ਫਾਰਮ ਦੇ ਵਿੱਚ ਬਣਾਈ ਜਾਂਦੀ ਹੈ। ATP ਦਾ ਮਤਲਬ ਹੁੰਦਾ ਹੈ ਐਡੀਨੋਸਿਨ ਟ੍ਰਾਈਫਾਸਫੇਟ। ਐਡੀਨੋਸਿਨ ਟ੍ਰਾਈਫਾਸਫੇਟ ਦੇ ਰੂਪ ਦੇ ਵਿੱਚ ਊਰਜਾ ਜਿਹੜੀ ਹੈਗੀ ਆ ਉਹ ਬਣਾਈ ਜਾਂਦੀ ਹੈ ਤੇ ਇਹ ਊਰਜਾ ਜਿਹੜੀ ਹੈ ਉਹ ਸੈੱਲ ਦੇ ਵਿੱਚ ਉਸ ਦੀਆਂ ਪੂਰੀਆਂ ਕਾਰਜਾਂ ਜਿੰਨੀਆਂ ਵੀ ਹੈਗੇ ਆ ਉਸ ਨੂੰ ਕਰਨ ਦੇ ਵਿੱਚ ਵਰਤੀ ਜਾਂਦੀ ਹੈ। ਮਾਈਟੋਕੌਂਡਰੀਆ ਤੋਂ ਬਾਅਦ ਅਗਲਾ ਜੋ ਸਾਡੇ ਸਰੀਰ ਮਤਲਬ ਸੈੱਲ ਦੇ ਵਿੱਚ ਨਿੱਕੜਾ ਅੰਗ ਮਿਲਦਾ ਹੈ ਉਹਨਾਂ ਨੂੰ ਅਸੀਂ ਬੋਲਦੇ ਹਾਂ, ਮਤਲਬ ਇਹ ਆਮ ਤੌਰ ਤੇ ਪੇੜ ਪੌਦਿਆਂ ਦੇ ਵਿੱਚ ਹੀ ਪਾਇਆ ਜਾਂਦਾ ਹੈ, ਜੰਤੂਆਂ ਦੇ ਵਿੱਚ ਨਹੀਂ ਪਾਇਆ ਜਾਂਦਾ। ਉਸ ਦਾ ਨਾਮ ਹੈ ਪਲਾਸਟਿਡ। ਉਸ ਨੂੰ ਅਸੀਂ ਪਲਾਸਟਿਡ ਬੋਲਦੇ ਹਾਂ। ਪਲਾਸਟਿਡ ਤਿੰਨ ਤਰ੍ਹਾਂ ਦੇ ਹੁੰਦੇ ਹਨ। ਇੱਕ ਹੁੰਦੇ ਹੈ ਕ੍ਰੋਮੋਪਲਾਸਟ, ਜਿਨ੍ਹਾਂ ਦੇ ਕਰਕੇ ਪੇੜ ਪੌਦਿਆਂ ਦੇ ਫੁੱਲਾਂ ਦਾ ਜਾਂ ਪੱਤਿਆਂ ਦਾ ਕੋਈ ਰੰਗ ਹੁੰਦਾ ਹੈ ਉਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ ਕ੍ਰੋਮੋਪਲਾਸਟ, ਮਤਲਬ ਰੰਗਦਾਰ ਪੱਤੀਆਂ ਜਿਹੜੀਆਂ ਹੈ ਫੁੱਲਾਂ ਦੀਆਂ ਉਹ ਇਹਨਾਂ ਦੇ ਦੁਆਰਾ ਬਣਾਈਆਂ ਜਾਂਦੀਆਂ ਹਨ। ਇੱਕ ਇਹਨਾਂ ਦੇ ਵਿੱਚ ਪਾਏ ਜਾਂਦੇ ਆ ਹਰੇ ਰੰਗ ਦੇ ਵਰਣਕ ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਕਲੋਰੋਪਲਾਸਟ। ਕਲੋਰੋਪਲਾਸਟ ਔਰ ਕਲੋਰੋਪਲਾਸਟ ਦਾ ਜਿਹੜਾ ਮੁੱਖ ਕੰਮ ਹੈ ਉਹ ਤੁਹਾਨੂੰ ਪਤਾ ਹੈ ਕਿ ਬੱਚੇ ਆਪਾਂ ਪ੍ਰਕਾਸ਼ ਸੰਸਲੇਸ਼ਨ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਹਨ, ਉਹ ਕਲੋਰੋਪਲਾਸਟ ਦੇ ਦੁਆਰਾ ਬਣਾਏ ਜਾਂਦੇ ਹਨ। ਤੇ ਤੀਸਰੇ ਰੰਗ ਦੇ ਜਿਹੜੇ ਪਲਾਸਟਿਡ ਪਾਏ ਜਾਂਦੇ ਹਨ ਉਹਨਾਂ ਨੂੰ ਅਸੀਂ ਬੋਲਦੇ ਹਾਂ ਤੀਸਰੇ ਟਾਈਪ ਦੇ, ਉਹਨਾਂ ਨੂੰ ਅਸੀਂ ਬੋਲਦੇ ਹਾਂ ਲਿਊਕੋਪਲਾਸਟ। ਔਰ ਲਿਊਕੋਪਲਾਸਟ ਉਹ ਪਲਾਸਟਿਡ ਹਨ ਜਿਹੜੇ ਪੌਦੇ ਦੇ ਵਿੱਚ ਸਟਾਰਚ ਸਟੋਰ ਕਰਦੇ ਹਨ। ਇਹ ਸਫੈਦ ਪਲਾਸਟਿਡ ਹੁੰਦੇ ਹਨ। ਸੋ ਪੌਦਿਆਂ ਦੇ ਵਿੱਚ ਤਿੰਨ ਤਰ੍ਹਾਂ ਦੇ ਪਲਾਸਟਿਡ ਜਿਹੜੇ ਹੈਗੇ ਆ ਉਹ ਪਾਏ ਜਾਂਦੇ ਹਨ। ਅਸੀਂ ਗੱਲ ਕਰਨ ਲੱਗੇ ਹਾਂ ਕਲੋਰੋਪਲਾਸਟ ਦੀ। ਬੱਚੇ ਕਲੋਰੋਪਲਾਸਟ ਜਿਹੜਾ ਹੈਗਾ ਹੈ ਉਹ ਵੀ ਆਪਣੇ ਕੋਲ ਇੱਕ ਦੋਹਰੀ ਮੈਂਬਰੇਨ ਦੇ ਦੁਆਰਾ ਬਣਾਇਆ ਗਿਆ ਇੱਕ ਛੋਟਾ ਨਿੱਕੜਾ ਅੰਗ ਹੈ ਔਰ ਇਸ ਦੇ ਅੰਦਰ ਬਹੁਤ ਸਾਰੇ ਗ੍ਰੇਨਾ ਹੁੰਦੇ ਹਨ ਜੋ ਜਿਵੇਂ ਕਿ ਆਪਾਂ ਕੁਆਇਨਸ ਜਿਹੜੇ ਹੁੰਦੇ ਆ ਸਿੱਕੇ ਹੁੰਦੇ ਹੈ, ਜੇਕਰ ਉਹਨਾਂ ਦੀ ਆਪਾਂ ਛੋਟੀ ਛੋਟੀ ਢੇਰੀਆਂ ਲਗਾ ਲਈਏ ਇਸ ਤਰੀਕੇ ਦੇ ਨਾਲ ਇਸ ਦੇ ਵਿੱਚ ਛੋਟੇ ਛੋਟੇ ਜਿਹੜੇ ਹੈਗੇ ਆ ਉਹ ਢੇਰੀਆਂ ਦੇ ਰੂਪ ਦੇ ਵਿੱਚ ਲੱਗੇ ਹੋਏ ਹੁੰਦੇ ਹਨ। ਇਹਨਾਂ ਨੂੰ ਸੈਕਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ ਗ੍ਰੇਨਾ ਬੋਲ ਦਿੰਦੇ ਹਾਂ। ਗ੍ਰੇਨਾ ਥਾਈਲੇਕੋਇਡ ਇਹ ਆਪਸ ਵਿੱਚ ਲਮੇਲਾ ਦੇ ਦੁਆਰਾ ਜੁੜੇ ਹੁੰਦੇ ਹਨ ਔਰ ਇਹਨਾਂ ਦਾ ਮੁੱਖ ਕਾਰਜ ਜਿਹੜਾ ਹੈਗਾ ਹੈ ਉਹ ਹੁੰਦਾ ਹੈ ਪ੍ਰਕਾਸ਼ ਸੰਸਲੇਸ਼ਨ ਦਾ ਕਰਨਾ। ਠੀਕ ਹੈ, ਜੋ ਵੀ ਇਹਦੇ ਵਿੱਚ ਕਿਰਿਆਵਾਂ ਹੁੰਦੀਆਂ ਹਨ, ਭੋਜਨ ਬਣਾਇਆ ਜਾਂਦਾ ਹੈ, ਉਹ ਪੌਦੇ ਦੇ ਵੱਖ-ਵੱਖ ਭਾਗਾਂ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ ਤੇ ਉਸ ਨੂੰ ਵੱਖ-ਵੱਖ ਭਾਗਾਂ ਦੇ ਵਿੱਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਆਪਣੇ ਕੋਲ ਸੈੱਲ ਹੈ ਉਹਨਾਂ ਦੇ ਵਿੱਚ ਹੋਰ ਵੀ ਰਚਨਾਵਾਂ ਜਿਹੜੀਆਂ ਪਾਈਆਂ ਜਾਂਦੀਆਂ ਹਨ ਉਹਨਾਂ ਨੂੰ ਅਸੀਂ ਬੋਲਦੇ ਹਾਂ ਵੈਕਿਊਲਸ ਔਰ ਇਹਨਾਂ ਨੂੰ ਆਪਾਂ ਬੋਲਦੇ ਹਾਂ ਰਸਦਾਨੀਆਂ। ਵੈਕਿਊਲਸ ਔਰ ਰਸਦਾਨੀਆਂ ਜੰਤੂਆਂ ਦੇ ਸੈੱਲਾਂ ਦੇ ਵਿੱਚ ਰਸਦਾਨੀਆਂ ਬਹੁਤ ਹੀ ਛੋਟੀਆਂ ਹੁੰਦੀਆਂ ਹਨ ਜਾਂ ਨਹੀਂ ਹੁੰਦੀਆਂ ਹਨ, ਪਰ ਪੇੜ ਪੌਦਿਆਂ ਦੇ ਸੈੱਲਾਂ ਦੇ ਵਿੱਚ ਜਿਹੜੀਆਂ ਰਸਦਾਨੀਆਂ ਹੁੰਦੀਆਂ ਹਨ ਉਹ ਬਹੁਤ ਹੀ ਜ਼ਿਆਦਾ ਵੱਡੀਆਂ ਪਾਈਆਂ ਜਾਂਦੀਆਂ ਹਨ। ਇਹਨਾਂ ਰਸਦਾਨੀਆਂ ਦੇ ਵਿੱਚ ਪੇੜ ਪੌਦੇ ਆਪਣਾ ਜਿਹੜਾ ਭੋਜਨ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਤਰਲ ਪਦਾਰਥ ਜਿਹੜੇ ਆ ਉਹਨਾਂ ਨੂੰ ਸਟੋਰ ਕਰਕੇ ਰੱਖਦੇ ਹਨ ਤਾਂ ਕਿ ਪੇੜ ਪੌਦੇ ਜਿਹੜੇ ਹੈਗੇ ਆ ਔਰ ਇਹਨਾਂ ਦਾ ਮੁੱਖ ਕੰਮ ਹੁੰਦਾ ਹੈ ਕਿ ਪੇੜ ਪੌਦਿਆਂ ਦੇ ਸੈੱਲਾਂ ਨੂੰ ਫੈਲਾ ਕੇ ਰੱਖਣਾ, ਉਹਨਾਂ ਦੀ ਜਿਹੜੀ ਬਣਤਰ ਆ ਉਸ ਨੂੰ ਬਰਕਰਾਰ ਰੱਖਣ ਦੇ ਵਿੱਚ ਵੀ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪੇੜ ਪੌਦਿਆਂ ਦੇ ਦੁਆਰਾ ਰਸਦਾਨੀਆਂ ਹੁੰਦੀਆਂ ਹਨ।
ਇਸ ਤੋਂ ਇਲਾਵਾ ਜੋ ਸੈੱਲ ਹੁੰਦੇ ਹਨ, ਸੈੱਲ ਦੇ ਵਿੱਚ ਕੁਝ ਐਦਾਂ ਦੀਆਂ ਰਚਨਾਵਾਂ ਵੀ ਪਾਈਆਂ ਜਾਂਦੀਆਂ ਹਨ ਜਿਸ ਦੀ ਆਪਣੀ ਕੋਈ ਵੀ ਝਿੱਲੀ ਨਹੀਂ ਹੁੰਦੀ, ਜਾਣੀ ਕਿ ਉਹਨਾਂ ਦੇ ਵਿੱਚ ਸਾਡੇ ਕੋਲ ਆ ਜਾਂਦੀਆਂ ਹਨ ਰਾਈਬੋਸੋਮ। ਰਾਈਬੋਸੋਮ ਦੇ ਬਾਰੇ ਬੇਟਾ ਜੀ ਆਪਾਂ ਗੱਲ ਕੀਤੀ ਹੈ ਕਿ ਰਾਈਬੋਸੋਮ ਜਿਹੜੀਆਂ ਹਨ ਉਹਨਾਂ ਦਾ ਮੁੱਖ ਕੰਮ ਕੀ ਹੈ? ਪ੍ਰੋਟੀਨ ਦਾ ਬਣਾਉਣਾ। ਇਸ ਤੋਂ ਇਲਾਵਾ ਇਹਨਾਂ ਰਾਈਬੋਸੋਮਸ ਦੀ ਆਪਣੀ ਬਾਹਰ ਕੋਈ ਵੀ ਝਿੱਲੀ ਨਹੀਂ ਹੁੰਦੀ। ਦੂਸਰੇ ਜੋ ਰਚਨਾਵਾਂ ਸਾਡੇ ਕੋਲ ਸੈੱਲ ਦੇ ਵਿੱਚ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦੀ ਆਪਣੀ ਕੋਈ ਵੀ ਝਿੱਲੀ ਨਹੀਂ ਹੁੰਦੀ, ਉਸ ਨੂੰ ਅਸੀਂ ਬੋਲਦੇ ਹਾਂ ਸਾਈਟੋਸਕੈਲੇਟਨ। ਸਾਈਟੋਸਕੈਲੇਟਨ, ਇਸ ਦੀ ਆਪਣੀ ਕੋਈ ਵੀ ਝਿੱਲੀ ਨਹੀਂ ਹੁੰਦੀ ਔਰ ਇਹ ਜਿਹੜਾ ਹੈ ਸੈੱਲ ਦੇ ਵਿੱਚ ਉਸ ਨੂੰ ਉਹਦੀ ਸ਼ੇਪ ਨੂੰ ਬਰਕਰਾਰ ਰੱਖਣ ਦੇ ਵਿੱਚ ਮਦਦ ਕਰਦੀਆਂ ਹਨ। ਇਸ ਤੋਂ ਇਲਾਵਾ ਜਿਹੜਾ ਸੈੱਲ ਹੈ, ਜੋ ਸੈੱਲ ਦੇ ਬਾਹਰ ਮਤਲਬ ਉਹਦਾ ਜਿਹੜਾ ਵਾਤਾਵਰਣ ਆ ਉਸ ਨੂੰ ਕਨਸਟੈਂਟ ਰੱਖਣ ਦੇ ਲਈ ਸੈੱਲ ਦੇ ਵਿੱਚ ਆਪਣੇ ਕੋਲ ਸਾਈਟੋਪਲਾਜ਼ਮ ਜਿਹੜਾ ਹੈਗਾ ਉਹ ਬਹੁਤ ਹੀ ਰੋਲ ਅਦਾ ਕਰਦਾ ਹੈ। ਸੈੱਲ ਦੇ ਵਿੱਚ ਬਹੁਤ ਸਾਰੇ ਸਟੋਰੇਜ ਪਦਾਰਥ ਵੀ ਆਪਣੇ ਕੋਲ ਪਾਏ ਜਾਂਦੇ ਹਨ, ਜਿਵੇਂ ਕਿ ਸਾਡੇ ਕੋਲ ਆ ਜਾਂਦਾ ਹੈ ਸਭ ਤੋਂ ਪਹਿਲੇ ਨੰਬਰ ਤੇ ਸਟਾਰਚ। ਜਿੰਨੇ ਵੀ ਪੇੜ ਪੌਦੇ ਹਨ ਉਹ ਆਪਣੇ ਵਿੱਚ ਜੋ ਭੋਜਨ ਸਟੋਰ ਕਰਦੇ ਹਨ ਉਹ ਸਟਾਰਚ ਦੇ ਰੂਪ ਦੇ ਵਿੱਚ ਕਰਦੇ ਹਨ। ਇਸ ਤੋਂ ਇਲਾਵਾ ਸਾਡੇ ਕੋਲ ਜੋ ਸੈੱਲ ਹੈ ਉਸ ਦੇ ਵਿੱਚ ਜੋ ਵੀ ਭੋਜਨ ਸਟੋਰ ਕੀਤਾ ਜਾਂਦਾ ਹੈ ਉਹ ਫੈਟਸ ਦੇ ਰੂਪ ਦੇ ਵਿੱਚ ਕੀਤਾ ਜਾਂਦਾ ਹੈ, ਜਾਨੀ ਕਿ ਚਰਬੀ ਦੇ ਰੂਪ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ, ਜਾਂ ਫਿਰ ਜਿਹੜੇ ਹੈ ਆਇਲਸ ਹੁੰਦੇ ਹਨ ਉਹਨਾਂ ਦੇ ਰੂਪ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ, ਜਾਂ ਫਿਰ ਸਾਡੇ ਕੋਲ ਜਿਹੜਾ ਹੈ ਸਟਾਰਚ ਆਪਣੇ ਕੋਲ ਪ੍ਰੋਟੀਨ ਜਿਹੜੇ ਹਨ ਉਹਨਾਂ ਦੇ ਰੂਪ ਦੇ ਵਿੱਚ ਆਪਣੇ ਕੋਲ ਜਿਹੜਾ ਹੈ ਸੈੱਲ ਆਪਣੇ ਵਿੱਚ ਪਦਾਰਥਾਂ ਨੂੰ ਸਟੋਰ ਕਰਕੇ ਰੱਖਦੇ ਹਨ। ਇਸ ਤੋਂ ਇਲਾਵਾ ਸੈੱਲ ਦੇ ਵਿੱਚ ਕੁਝ ਸਿਕਰੀਟਰੀ ਪ੍ਰੋਡਕਟਸ ਵੀ ਹੁੰਦੇ ਹਨ। ਸਿਕਰੀਟਰੀ ਪ੍ਰੋਡਕਟਸ ਵੀ ਹੁੰਦੇ ਹਨ ਤੇ ਸਿਕਰੀਟਰੀ ਪ੍ਰੋਡਕਟਸ ਦੇ ਵਿੱਚ ਸਾਡੇ ਕੋਲ ਸੈੱਲ ਆਪਣੇ ਵਿੱਚ ਰੱਖਦਾ ਹੈ ਐਂਜ਼ਾਈਮਸ। ਇਸ ਤੋਂ ਇਲਾਵਾ ਸਾਡੇ ਕੋਲ ਸਿਕਰੀਟਰੀ ਪ੍ਰੋਡਕਟਸ ਦੇ ਵਿੱਚ ਆ ਜਾਂਦੇ ਆ ਹਾਰਮੋਨਸ। ਜੀਵ ਜੰਤੂ ਤੇ ਪੇੜ ਪੌਦੇ ਆਪਣੇ ਆਪ ਨੂੰ ਚਲਾਉਣ ਦੇ ਲਈ ਜਿਨ੍ਹਾਂ ਰਸਾਇਣਿਕਾਂ ਦਾ ਇਸਤੇਮਾਲ ਕਰਦੇ ਹਨ, ਮੈਸੇਂਜਰਸ ਦਾ ਕੰਮ ਕਰਦੇ ਹਨ, ਇਹ ਉਹਨਾਂ ਨੂੰ ਅਸੀਂ ਹਾਰਮੋਨਸ ਕਹਿੰਦੇ ਹਾਂ। ਜਾਂ ਫਿਰ ਆਪਣੇ ਕੋਲ ਪੇੜ ਪੌਦਿਆਂ ਦੇ ਵਿੱਚ ਬਹੁਤ ਸਾਰੇ ਪਿਗਮੈਂਟਸ ਪਾਏ ਜਾਂਦੇ ਹਨ ਸੈੱਲਾਂ ਦੇ ਵਿੱਚ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਸੈੱਲ ਹਨ ਉਹ ਆਪਣੇ ਵਿੱਚ ਗੂੰਦਾਂ ਦੀ ਫਾਰਮ ਦੇ ਵਿੱਚ ਯਾਨੀ ਕਿ ਰੇਜ਼ਨਸ ਜਿਹੜੇ ਹੈ ਉਹ ਵੀ ਆਪਣੇ ਕੋਲ ਰੱਖਦੇ ਹਨ ਤੇ ਗਮਸ ਆਪਣੇ ਕੋਲ ਪੇੜ ਪੌਦਿਆਂ ਦੇ ਸੈੱਲਾਂ ਦੇ ਵਿੱਚ ਪਾਏ ਜਾਂਦੇ ਹਨ। ਉਸ ਤੋਂ ਇਲਾਵਾ ਜਿਹੜਾ ਸੈੱਲ ਹੈ ਉਸ ਦੇ ਵਿੱਚ ਬਹੁਤ ਸਾਰੇ ਐਕਸਕ੍ਰੀਟਰੀ ਪ੍ਰੋਡਕਟ ਵੀ ਜਿਹੜੇ ਹੈ ਉਹ ਪਾਏ ਜਾਂਦੇ ਹਨ, ਜਿਵੇਂ ਐਕਸਕ੍ਰੀਟਰੀ ਪ੍ਰੋਡਕਟ ਮਤਲਬ ਸੈੱਲ ਦੇ ਬਾਹਰ ਜਿਹੜੀਆਂ ਪਦਾਰਥ ਸੈੱਲ ਨੂੰ ਨਹੀਂ ਚਾਹੀਦੇ ਉਸ ਨੂੰ ਬਾਹਰ ਕੱਢਣ ਦੇ ਲਈ ਜੋ ਵੀ ਪਾਇਆ ਜਾਂਦਾ ਹੈ ਉਹ ਸੈੱਲ ਦੇ ਵਿੱਚ ਐਕਸਕ੍ਰੀਟਰੀ ਪ੍ਰੋਡਕਟ ਵੀ ਮੌਜੂਦ ਹੁੰਦੇ ਹਨ। ਔਰ ਐਕਸਕ੍ਰੀਟਰੀ ਪ੍ਰੋਡਕਟਸ ਦੇ ਵਿੱਚ ਸਾਡੇ ਕੋਲ ਆ ਜਾਂਦੇ ਆ ਇਨਆਰਗੈਨਿਕ ਸਾਲਟ, ਇਨਆਰਗੈਨਿਕ ਸਾਲਟਸ, ਇਸ ਤੋਂ ਇਲਾਵਾ ਸਾਡੇ ਕੋਲ ਆ ਜਾਂਦੇ ਆ ਲੇਟੈਕਸ। ਜਿਵੇਂ ਕਿ ਆਪਾਂ ਅਗਰ ਪਿੱਪਲ ਦੇ ਪੱਤੇ ਨੂੰ ਤੋੜੀਏ ਤਾਂ ਉਸ ਦੇ ਵਿੱਚੋਂ ਇੱਕ ਗੂੰਦ ਮਤਲਬ ਦੁੱਧ ਵਰਗੀ ਪਦਾਰਥ ਬਾਹਰ ਨਿਕਲਦਾ ਹੈ, ਉਸ ਨੂੰ ਅਸੀਂ ਕੀ ਬੋਲ ਦਿੰਦੇ ਆ? ਲੇਟੈਕਸ ਬੋਲ ਦਿੰਦੇ ਆ। ਇਸ ਤੋਂ ਇਲਾਵਾ ਪੌਦਿਆਂ ਦੇ ਵਿੱਚ ਪਾਏ ਜਾਣ ਵਾਲੇ ਟੈਨਿਨਸ ਨਾਮ ਦੇ ਪਦਾਰਥ ਪਾਏ ਜਾਂਦੇ ਹਨ। ਉਸ ਤੋਂ ਇਲਾਵਾ ਪੌਦਿਆਂ ਦੇ ਵਿੱਚ ਬਹੁਤ ਸਾਰੇ ਐਸੈਂਸ਼ੀਅਲ ਆਇਲ ਜਿਹੜੇ ਹੈਗੇ ਆ ਉਹ ਵੀ ਜਿਹੜੇ ਆ ਉਹ ਸੈੱਲ ਦੇ ਅੰਦਰ ਸਟੋਰ ਕੀਤੇ ਹੁੰਦੇ ਹਨ। ਬੱਚੋ ਜਿਹੜਾ ਆਪਣਾ ਸੈੱਲ ਆ, ਸੈੱਲ ਦੇ ਬਾਉਂਡਰੀ ਵਾਲ ਦੇ ਬਾਹਰ ਜਾਨੀ ਕਿ ਪਲਾਜ਼ਮਾ ਝਿੱਲੀ ਦੇ ਤੇ ਨਿਊਕਲੀਅਸ ਦੇ ਵਿਚਕਾਰ ਇੱਕ ਦਰਵ ਪਾਇਆ ਜਾਂਦਾ ਹੈ। ਉਸ ਦਰਵ ਨੂੰ ਅਸੀਂ ਕੀ ਬੋਲਦੇ ਹਾਂ? ਬਿਲਕੁਲ ਸਹੀ, ਸਾਈਟੋਪਲਾਜ਼ਮ। ਇਸ ਨੂੰ ਅਸੀਂ ਬੋਲਦੇ ਹਾਂ ਸਾਈਟੋਪਲਾਜ਼ਮ। ਇੱਕ ਨਿਊਕਲੀਅਸ ਦੇ ਅੰਦਰ ਦਰਵ ਪਾਇਆ ਜਾਂਦਾ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਨਿਊਕਲੀਓਪਲਾਜ਼ਮ।
ਪਲਾਜ਼ਮ। ਬੱਚੇ ਜਦੋਂ ਸਾਈਟੋਪਲਾਜ਼ਮ ਤੇ ਨਿਊਕਲੀਓਪਲਾਜ਼ਮ ਮਿਲ ਜਾਂਦੇ ਹਨ ਤਾਂ ਸਾਡੇ ਕੋਲ ਬਣਦਾ ਹੈ ਪ੍ਰੋਟੋਪਲਾਜ਼ਮ। ਸਾਈਟੋਪਲਾਜ਼ਮ ਤੇ ਨਿਊਕਲੀਓਪਲਾਜ਼ਮ ਜਦੋਂ ਆਪਸ ਵਿੱਚ ਮਿਲ ਜਾਂਦੇ ਹਨ ਤਾਂ ਸਾਡੇ ਕੋਲ ਬਣਦਾ ਹੈ ਪ੍ਰੋਟੋਪਲਾਜ਼ਮ, ਜਿਸ ਨੂੰ ਅਸੀਂ ਕੀ ਬੋਲਦੇ ਹਾਂ, ਜੀਵ ਦਰਵ। ਸੋ ਜਿੰਨੇ ਵੀ ਜੀਵ ਜੰਤੂ ਹੁੰਦੇ ਹਨ ਜਾਂ ਪੇੜ ਪੌਦੇ ਹਨ ਉਹ ਸਾਰੇ ਪ੍ਰੋਟੋਪਲਾਜ਼ਮ ਤੋਂ ਬਣੇ ਹੁੰਦੇ ਹਨ। ਜਿਹੜੇ ਵਾਇਰਸ ਹੁੰਦੇ ਹੈ, ਵਾਇਰਸ ਦੇ ਬਾਹਰ ਆਪਣੀ ਝਿੱਲੀ ਨਹੀਂ ਹੁੰਦੀ, ਉਹਨਾਂ ਦੇ ਵਿੱਚ ਪ੍ਰੋਟੋਪਲਾਜ਼ਮ ਨਹੀਂ ਹੁੰਦਾ। ਵਾਇਰਸ ਆਪਣਾ ਇੱਕ ਵਿਲੱਖਣ ਲੱਛਣ ਸ਼ੋ ਕਰਦੇ ਹਨ ਜਿਹੜਾ ਕਿ ਉਹਨਾਂ ਨੂੰ ਜੀਵਾਂ ਤੇ ਨਿਰਜੀਵਾਂ ਦੇ ਵਿਚਕਾਰ ਇੱਕ ਲਿੰਕ ਸ਼ੋ ਕਰਦਾ ਹੈ। ਵਾਇਰਸ ਜਿੰਨਾ ਟਾਈਮ ਸੈੱਲ ਤੋਂ ਬਾਹਰ ਹੁੰਦੇ ਹਨ ਉਹ ਇੱਕ ਕੈਮੀਕਲ ਜਾਂ ਇੱਕ ਪਾਊਡਰ ਦੀ ਰੂਪ ਦੇ ਵਿੱਚ ਹੁੰਦੇ ਹਨ, ਤੇ ਜਦੋਂ ਇਹ ਕਿਸੇ ਸੈੱਲ ਦੇ ਅੰਦਰ ਚਲੇ ਜਾਂਦੇ ਹਨ ਤੇ ਆਪਣੀਆਂ ਕਿਰਿਆਵਾਂ ਸੈੱਲ ਤੋਂ ਕਰਵਾਉਣੀਆਂ ਸ਼ੁਰੂ ਕਰਦੇ ਹਨ ਤੇ ਆਪਣਾ ਪ੍ਰਜਨਨ ਕਰਨਾ ਸਟਾਰਟ ਕਰ ਦਿੰਦੇ ਹਨ। ਤਾਂ ਇਸ ਕਰਕੇ ਜਿਹੜਾ ਵਾਇਰਸ ਆ ਉਸ ਨੂੰ ਅਸੀਂ ਲਿਵਿੰਗ ਦੇ ਵਿੱਚ ਨਹੀਂ ਰੱਖਦੇ। ਵਾਇਰਸ ਜਿਹੜਾ ਹੈਗਾ ਆ ਉਹ ਇੱਕ ਲਿੰਕ ਆ, ਕਿਉਂਕਿ ਉਹ ਸੈੱਲ ਦੇ ਅੰਦਰ ਜਾ ਕੇ ਹੀ ਲਿਵਿੰਗ ਹੁੰਦਾ ਹੈ, ਸੈੱਲ ਦੇ ਬਾਹਰ ਜਿਹੜਾ ਹੈ ਉਹ ਲਿਵਿੰਗ ਨਹੀਂ ਹੁੰਦਾ।